हाँ जी, सਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ ਤੇ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਸਮਰਾਈਜ਼ ਸਪੋਕਨ ਟੈਕਸਟ ਹੈਗਾ ਤੇ ਜਿਹੜਾ ਸਮਰਾਈਜ਼ ਸਪੋਕਨ ਟੈਕਸਟ ਹੈ ਇਹ ਲਿਸਨਿੰਗ ਸੈਕਸ਼ਨ ਦਾ ਫਰਸਟ ਮੋਡਿਊਲ ਹੈ ਐਂਡ ਇਟ ਕੰਟਰੀਬਿਊਟ ਇਨ ਲਿਸਨਿੰਗ ਐਂਡ ਦੀ ਰਾਈਟਿੰਗ ਸੈਕਸ਼ਨ ਆਲਸੋ। ਜਿਹੜੇ ਦੇ ਕੋਰਸ ਦੀ ਕੰਟਰੀਬਿਊਸ਼ਨ ਹੈ ਉਹ ਦੋ ਸੈਕਸ਼ਨਸ ਦੇ ਵਿੱਚ ਹੈ, ਲਿਸਨਿੰਗ ਪਲੱਸ ਰਾਈਟਿੰਗ, ਐਂਡ ਇਟ ਵਿਲ ਕੰਟਰੀਬਿਊਟ 12 ਮਾਰਕਸ ਇਨ ਰਾਈਟਿੰਗ ਐਂਡ 13 ਮਾਰਕਸ ਇਨ ਲਿਸਨਿੰਗ। 12 ਮਾਰਕਸ ਇਹ ਰਾਈਟਿੰਗ ਦੇ ਵਿੱਚ ਕੰਟਰੀਬਿਊਟ ਕਰਦਾ ਤੇ 13 ਮਾਰਕਸ ਲਿਸਨਿੰਗ ਨੂੰ ਕੰਟਰੀਬਿਊਟ ਕਰਦਾ ਹੈ। ਐਂਡ ਦਿਸ ਇਜ਼ ਅ ਸਿੰਪਲ ਟਾਸਕ। ਇਹ ਟਾਸਕ ਬਹੁਤ ਹੀ ਸਿੰਪਲ ਹੈ ਕਿਉਂਕਿ ਤੁਸੀਂ ਇੱਕ ਆਡੀਓ ਸੁਣਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਆਡੀਓ ਨੂੰ ਲਿਖ ਕੇ ਐਕਸਪਲੇਨ ਕਰਨਾ ਹੁੰਦਾ ਹੈ ਕਿ ਤੁਸੀਂ ਐਕਚੁਅਲ 'ਚ ਆਡੀਓ ਦੇ ਵਿੱਚ ਕੀ ਸੁਣਿਆ। and you will get 1 to 2 questions in the final exam। ਤੁਹਾਨੂੰ ਇੱਕ question ਆਏਗਾ but sometime ਦੋ questions ਵੀ ਆ ਹੀ ਸਕਦੇ ਨੇ। and your score will be evaluated based on your vocabulary, grammar, form, spelling and content। ਤੇ ਜਿਹੜੇ ਤੁਹਾਡੇ ਸਕੋਰ ਦੀ evaluation ਹੋਏਗੀ ਉਹ ਕਿਹੜੀਆਂ skills ਦੇ ਬੇਸ ਤੇ ਹੋਏਗੀ? vocabulary 2 points, grammar 2 points, form 2 points, spelling 2 points and the content 2 points। ਤੇ ਜਿਹੜੇ ਤੁਹਾਡੇ ਪੁਆਇੰਟਸ ਨੇ ਉਹ ਕਿਵੇਂ ਡਿਵਾਈਡ ਨੇ? ਫॉर ਐਗਜ਼ਾਮਪਲ ਵੋਕੈਬਲਰੀ ਵਿੱਚ ਤੁਹਾਨੂੰ 2 ਪੁਆਇੰਟਸ ਕਦੋਂ ਮਿਲਦੇ ਨੇ, 1 ਪੁਆਇੰਟ ਕਦੋਂ ਮਿਲਦਾ ਹੈ ਤੇ 0 ਪੁਆਇੰਟਸ ਕਦੋਂ ਮਿਲਦਾ ਹੈ। ਸੋ ਜਦੋਂ ਤੁਸੀਂ ਵੋਕੈਬਲਰੀ ਦੀ ਗੱਲ ਕਰਦੇ ਹੋ ਤਾਂ ਵੋਕੈਬਲਰੀ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਤੁਸੀਂ ਟੈਂਪਲੇਟ ਕਿਵੇਂ ਦਾ ਯੂਜ਼ ਕਰ ਰਹੇ ਹੋ ਤੇ ਪਲੱਸ ਜੋ ਤੁਸੀਂ ਆਡੀਓ ਸੁਣ ਰਹੇ ਹੋ ਉਹਨੂੰ ਕਿਵੇਂ ਆਪਣੇ ਵਰਡਸ ਦੇ ਵਿੱਚ ਟੈਂਪਲੇਟ ਦੇ ਵਿੱਚ ਫਿਟ ਕਰਕੇ ਉਹਨੂੰ ਐਕਸਪਲੇਨ ਕਰ ਰਹੇ ਹੋ। ਸੋ ਤੁਹਾਨੂੰ 2 ਪੁਆਇੰਟਸ ਮਿਲਦੇ ਨੇ ਜੇ ਤੁਸੀਂ ਵਧੀਆ ਵਰਡਸ ਨੂੰ ਯੂਜ਼ ਕਰ ਰਹੇ ਹੋ, ਤੁਹਾਡੇ ਵਰਡਸ ਐਪਰੋਪ੍ਰੀਏਟ ਨੇ ਜੋ ਤੁਸੀਂ ਆਡੀਓ ਦੇ ਵਿੱਚ ਸੁਣਿਆ। ਤੁਹਾਨੂੰ 1 ਪੁਆਇੰਟ ਮਿਲਦਾ ਹੈ ਇਫ ਦੀ ਵਰਡਸ ਯੂ ਆਰ ਯੂਜ਼ਡ ਆਰ ਨਾਟ ਐਪਰੋਪ੍ਰੀਏਟ ਬਟ ਦੀ ਕੰਟੈਕਸਟ ਇਜ਼ ਅੰਡਰਸਟੈਂਡੇਬਲ। ਮੀਨਸ ਉਹ ਵਰਡ ਬਹੁਤੇ ਵਧੀਆ ਨਹੀਂ ਹੈਗੇ ਬਟ ਜੋ ਤੁਸੀਂ ਕੰਟੈਕਸਟ ਦੀ ਗੱਲ ਕਰ ਰਹੇ ਹੋ ਉਹ ਅੰਡਰਸਟੈਂਡੇਬਲ ਹੈ, ਤੁਸੀਂ ਉਹਨੂੰ ਸਮਝ ਸਕਦੇ ਹੈ। ਐਂਡ 0 points if the important points are missing। ਜੇ ਤੁਸੀਂ ਕੁਝ ਵੀ ਲਿਖ ਰਹੇ ਹੋ ਮੀਨਸ ਜੋ ਤੁਸੀਂ ਆਡੀਓ ਦੇ ਵਿੱਚ ਲਿਖਿਆ ਤੁਸੀਂ ਉਹ ਚੀਜ਼ ਨਹੀਂ ਲਿਖੀ ਬਟ ਤੁਸੀਂ ਕੁਝ ਵੀ ਉਸ ਤੋਂ ਰਿਲੇਟਡ ਲਿਖਤਾ, ਮੰਨ ਲਓ ਤੁਹਾਨੂੰ ਟੌਪਿਕ ਦੀ ਨੌਲੇਜ ਹੈਗੀ ਹੈ ਸੋ ਤੁਸੀਂ ਇੰਪੋਰਟੈਂਟ ਪੁਆਇੰਟਸ ਨਹੀਂ ਲਿਖੇ ਦੈਨ ਯੂ ਵਿਲ ਗੈਟ 0 points। ਸੋ ਜਦੋਂ ਵੀ ਤੁਸੀਂ ਸਮਰਾਈਜ਼ ਸਪੋਕਨ ਟੈਕਸਟ ਲਿਖਦੇ ਹੋ ਤਾਂ ਮੇਕ ਸ਼ੋਰ ਕਿ ਤੁਸੀਂ ਉਸ ਨੂੰ ਸਮਝ ਸਕਦੇ ਹੋ ਕਿ ਐਕਚੁਅਲ 'ਚ ਤੁਸੀਂ ਉਸ ਦੇ ਵਿੱਚ ਕੀ ਮੈਸੇਜ ਕਨਵੇ ਕੀਤਾ ਹੈ। ਤੇ ਸੇਮ ਤੁਹਾਡਾ ਗ੍ਰਾਮਰ ਦਾ ਰੂਲ ਹੈ, ਤੁਹਾਨੂੰ ਗ੍ਰਾਮਰ ਦੇ ਵਿੱਚ 2 ਪੁਆਇੰਟਸ ਮਿਲਦੇ ਨੇ ਇਫ ਦੇਅਰ ਇਜ਼ ਨੋ ਗ੍ਰਾਮੈਟੀਕਲ ਮਿਸਟੇਕ ਐਂਡ 1 point if there is 1 grammatical mistake and 0 points if there are several grammatical mistakes। ਗ੍ਰਾਮੈਟੀਕਲ ਮਿਸਟੇਕ ਤੁਹਾਡੀ ਹੋ ਸਕਦੀ ਹੈ ਕਿ ਤੁਸੀਂ ਕੋਈ ਕੌਮਾ ਗਲਤ ਯੂਜ਼ ਕਰ ਲਿਆ, ਫੁੱਲ ਸਟਾਪ ਨਹੀਂ ਯੂਜ਼ ਕੀਤਾ, ਫੁੱਲ ਸਟਾਪ ਤੋਂ ਬਾਅਦ ਜਿਹੜਾ ਤੁਸੀਂ ਅੱਗੇ ਵਰਡ ਯੂਜ਼ ਕੀਤਾ ਉਹਦੇ 'ਚ ਕੋਈ ਕੈਪੀਟਲ ਲੈਟਰ ਨਹੀਂ ਹੈ, ਤੁਸੀਂ ਫੁੱਲ ਸਟਾਪ ਤੋਂ ਜਾਂ ਕੌਮੇ ਤੋਂ ਬਾਅਦ ਸਪੇਸ ਨਹੀਂ ਦਿੱਤੀ। ਐਵੇਂ ਦੀਆਂ ਗ੍ਰਾਮੈਟੀਕਲ ਮਿਸਟੇਕਸ ਜੇ ਹੁੰਦੀਆਂ ਨੇ ਤਾਂ ਤੁਹਾਨੂੰ ਉਸ ਦੇ ਅਕੋਰਡਿੰਗ ਮਾਰਕਸ ਮਿਲਦੇ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫਾਰਮ ਦੀ। ਫਾਰਮ ਦੇ ਵਿੱਚ ਤੁਹਾਨੂੰ 2 ਹੀ ਪੁਆਇੰਟਸ ਨੇ, ਜਾਂ ਤਾਂ ਤੁਹਾਨੂੰ 2 ਪੁਆਇੰਟਸ ਮਿਲਣਗੇ ਜਾਂ ਤੁਹਾਨੂੰ 0 ਪੁਆਇੰਟ ਮਿਲੇਗਾ, ਮਤਲਬ ਇਹਦੇ ਵਿੱਚ 1 ਪੁਆਇੰਟ ਦਾ ਕਿਤੇ ਵੀ ਚਾਂਸ ਨਹੀਂ ਹੈਗਾ। ਸੋ ਤੁਹਾਨੂੰ 2 ਪੁਆਇੰਟਸ ਤਾਂ ਮਿਲਦੇ ਨੇ ਕਿ ਜਿਹੜੀ ਤੁਹਾਡੀ ਸਮਰੀ ਹੈਗੀ ਹੈ ਉਹ 50 to 70 ਵਰਡਸ ਦੇ ਵਿੱਚ ਲਾਈ ਕਰਦੀ ਹੈ ਤਾਂ ਤੁਹਾਨੂੰ ਪੂਰੇ ਪੁਆਇੰਟਸ ਮਿਲਦੇ ਨੇ। ਮੀਨਸ 55 ਹੈ, 65 ਹੈ, 69 ਹੈ ਤਾਂ ਤੁਹਾਨੂੰ 2 ਹੀ ਪੁਆਇੰਟਸ ਮਿਲਣਗੇ। ਬਟ ਇਨ ਕੇਸ ਜੇ ਤੁਹਾਡਾ 49 ਹੋ ਗਿਆ, 48 ਜਾਂ 45 ਹੋ ਗਿਆ, ਅਗਰ ਤੁਹਾਡਾ 71 75 ਹੋ ਗਿਆ ਮੀਨਸ ਤੁਹਾਡੇ 50 ਤੋਂ ਵਰਡਸ ਘੱਟ ਗਏ ਜਾਂ 70 ਤੋਂ ਬਾਅਦ ਵੱਧ ਗਏ ਸੋ ਤੁਹਾਨੂੰ ਉਸ ਕੇਸ ਦੇ ਵਿੱਚ 0 points ਮਿਲਣਗੇ। ਸੋ ਯੂ ਹੈਵ ਟੂ ਮੇਕ ਸ਼ੋਰ ਯੂ ਵਿਲ ਆਲਵੇਜ਼ ਰਾਈਟ ਇਨ ਬਿਟਵੀਨ 50 to 70 words। ਨੈਕਸਟ ਇਜ਼ ਦੀ ਸਪੈਲਿੰਗ। ਸਪੈਲਿੰਗ ਦਾ ਜਿਹੜਾ ਰੂਲ ਹੈ ਉਹ ਸੇਮ ਐਜ਼ ਅ ਗ੍ਰਾਮਰ ਹੈ। ਇਫ ਯੂ ਆਰ ਮੇਕਿੰਗ ਮੋਰ ਦੈਨ 2 mistakes then you will get 0 points। ਤੁਹਾਨੂੰ 0 points ਮਿਲਣਗੇ। if there is 1 spelling mistake then you will get 1 point। if there is no spelling mistake then you will get 2 points। ਸੋ ਸਪੈਲਿੰਗ ਦਾ ਤੁਸੀਂ ਧਿਆਨ ਰੱਖਣਾ। ਇਨ ਕੇਸ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਸਪੈਲਿੰਗ ਲਈ ਸ਼ੋਰ ਨਹੀਂ ਹੈਗੇ ਕਿ ਇਹ ਠੀਕ ਹੈ ਜਾਂ ਗਲਤ ਹੈ ਤਾਂ ਤੁਸੀਂ ਉਸ ਚੀਜ਼ ਨੂੰ ਨਹੀਂ ਲਿਖਣਾ ਉਹਦੇ ਵਿੱਚ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੰਟੈਂਟ ਦੀ। ਕੰਟੈਂਟ ਦੇ ਵਿੱਚ ਜਿਹੜਾ ਪੁਆਇੰਟਸ ਤੁਹਾਡਾ ਡਿਵਾਈਡ ਹੁੰਦਾ 2 1 ਔਰ 0 ਦੇ ਵਿੱਚ ਹੁੰਦਾ। ਜੇ ਤੁਸੀਂ ਕੰਟੈਂਟ ਦੇ ਵਿੱਚ ਸਾਰੇ ਇੰਪੋਰਟੈਂਟ ਪੁਆਇੰਟਸ ਲਿਖੇ ਨੇ, important points means कि तुसी title of the summary, then main key points of the summary, then conclusion of the summary is included in the summarized spoken text, then you will get 2 points। if most of the points are mentioned means sometime you mention the title and sometime you mention the conclusion and some of the keywords then you will get 1 point।
उस केस ਦੇ ਵਿੱਚ ਤੁਹਾਨੂੰ 1 ਪੁਆਇੰਟ ਮਿਲੇਗਾ ਬਟ ਇਨ ਜੇ ਤੁਹਾਡਾ ਕੁਝ ਮਿਸਿੰਗ ਹੈਗਾ ਤੁਹਾਨੂੰ 0 ਪੁਆਇੰਟਸ ਮਿਲਦੇ ਨੇ ਇਫ ਦੀ ਇੰਪੋਰਟੈਂਟ ਪੁਆਇੰਟਸ ਆਰ ਨਾਟ ਮੈਂਸ਼ਨਡ ਇਨ ਦੀ ਸਮਰੀ ਕਿਉਂਕਿ ਸਮ ਟਾਈਮ ਸਟੂਡੈਂਟਸ ਆਰ ਸੇਇੰਗ ਕਿ ਇਜ਼ ਐਮ ਆਰ ਹਿਜ਼ ਹਰ ਹਿਮ ਦ ਮੀਨਸ ਐਦਾਂ ਦੇ ਪੁਆਇੰਟਸ ਵੀ ਸਮਰੀ ਦੇ ਵਿੱਚ ਬੋਲੇ ਗਏ ਸੀ ਤਾਂ ਅਸੀਂ ਉਹ ਵੀ ਇਨਕਲੂਡ ਕਰਦੇ ਸੋ ਉਹ ਤੁਹਾਡਾ ਕੋਈ ਕੰਟੈਂਟ ਨਹੀਂ ਹੈਗਾ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਤੁਸੀਂ ਵਰਡਸ ਜਿਹੜੇ ਨੇ ਉਹ ਅਗਰ ਪ੍ਰੋਪਰਲੀ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਕੰਟੈਂਟ ਦੇ ਮਾਰਕਸ ਮਿਲਦੇ ਨੇ otherwise you will get 0 point and important note is that you will get 10 minutes including to the audio to write a summary and word limit is 50 to 70 words ਜੋ ਤੁਸੀਂ ਆਡੀਓ ਸੁਣ ਰਹੇ ਹੋ ਪਲੱਸ ਜੋ ਤੁਸੀਂ ਲਿਖ ਰਹੇ ਹੋ ਉਹਦੇ ਲਈ ਤੁਹਾਨੂੰ 10 ਮਿੰਟ ਹੀ ਮਿਲਣਗੇ ਤੁਸੀਂ ਸੁਣਨਾ ਵੀ ਹੈ ਤੁਸੀਂ ਲਿਖਣਾ ਵੀ ਹੈ ਤੇ ਉਹਦੀ ਪ੍ਰੂਫ ਰੀਡਿੰਗ ਵੀ ਕਰਨੀ ਹੈ ਮੀਨਸ ਤੁਸੀਂ ਉਹਦੇ ਸਪੈਲਿੰਗਸ ਵੀ ਚੈੱਕ ਕਰਨੇ ਨੇ ਉਸ ਤੋਂ ਬਾਅਦ ਕੁਝ ਟਿਪਸ ਐਂਡ ਟ੍ਰਿਕਸ ਨੇ ਸਮਰਾਈਜ਼ ਸਪੋਕਨ ਟੈਕਸਟ ਦੇ ਸਭ ਤੋਂ ਪਹਿਲਾਂ ਹੈਗਾ ਲਿਸਨ ਟੂ ਦੀ ਆਡੀਓ ਕੇਅਰਫੁਲੀ ਜਦੋਂ ਤੁਸੀਂ ਆਡੀਓ ਸੁਣ ਰਹੇ ਹੋ ਤਾਂ ਤੁਹਾਡਾ ਫੋਕਸ ਆਡੀਓ ਦੇ ਵਿੱਚ ਹੀ ਹੋਣਾ ਚਾਹੀਦਾ ਕਿ ਤੁਸੀਂ ਐਕਚੁਅਲ ਦੇ ਵਿੱਚ ਕੀ ਸੁਣ ਰਹੇ ਹੋ ਤੁਸੀਂ ਆਪਣਾ ਦਿਮਾਗ ਇੱਧਰ ਉੱਧਰ ਨਹੀਂ ਭਜਾਉਣਾ ਕਿ ਹਾਂ ਮਤਲਬ ਮੈਂ ਕਿਸੇ ਹੋਰ ਟੌਪਿਕ ਬਾਰੇ ਤੁਸੀਂ ਸੋਚ ਰਹੇ ਹੋ ਤਾਂ ਉਸ ਟਾਈਮ ਤੁਸੀਂ ਸਿਰਫ ਉਸੇ ਮੋਡਿਊਲ 'ਤੇ ਫੋਕਸ ਕਰਨਾ ਹੈ ਅਤੇ ਜਿਹੜੀ ਆਡੀਓ ਹੋਏਗੀ ਉਹਦੀ ਜਿਹੜੀ ਲੈਂਥ ਰਹੇਗੀ ਉਹ 60 to 90 ਸੈਕਿੰਡਸ ਦੀ ਰਹੇਗੀ ਐਂਡ ਉਹਨੂੰ ਤੁਸੀਂ ਦੁਬਾਰਾ ਰੀਪਲੇ ਨਹੀਂ ਕਰ ਸਕਦੇ ਤੁਸੀਂ ਇੱਕ ਵਾਰੀ ਉਹਨੂੰ ਸੁਣ ਸਕਦੇ ਹੋ ਐਂਡ ਮੇਕ ਦੀ ਯੂਜ਼ ਆਫ ਇਰੇਜ਼ੇਬਲ ਨੋਟਪੈਡ ਜਦੋਂ ਤੁਸੀਂ ਆਡੀਓ ਸੁਣ ਰਹੇ ਹੋ ਕਿਉਂਕਿ ਉਸ ਤੋਂ ਬਾਅਦ ਤੁਸੀਂ ਲਿਖਣਾ ਤਾਂ ਤੁਹਾਨੂੰ ਇਰੇਜ਼ੇਬਲ ਨੋਟਪੈਡ ਹੁੰਦਾ ਤੁਹਾਡੇ ਕੋਲ ਫਾਈਨਲ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤੁਸੀਂ ਕਾਪੀ ਪੈਨ ਹੀ ਯੂਜ਼ ਕਰਦੇ ਹੋ ਫਾਈਨਲ ਦੇ ਵਿੱਚ ਇਰੇਜ਼ੇਬਲ ਨੋਟਪੈਡ ਹੋਏਗਾ ਸੋ ਉਸ ਟਾਈਮ ਤੁਸੀਂ ਧਿਆਨ ਰੱਖਣਾ ਹੈ ਕਿ ਜੇ ਤੁਸੀਂ ਆਪਣਾ ਹੱਥ ਵੱਜ ਕੇ ਆਪਣੇ ਨੋਟਸ ਨੂੰ ਉੱਥੇ ਸਾਫ਼ ਕਰਤਾ ਤਾਂ ਤੁਹਾਨੂੰ ਪਤਾ ਨਹੀਂ ਲੱਗੂਗਾ ਕਿ ਤੁਸੀਂ ਕੀ ਲਿਖਿਆ ਸੀਗਾ ਉੱਥੇ ਸੋ ਇਰੇਜ਼ੇਬਲ ਨੋਟਪੈਡ ਵੀ ਧਿਆਨ ਨਾਲ ਯੂਜ਼ ਕਰਨਾ ਹੈ ਅਤੇ ਹਮੇਸ਼ਾ ਵਧੀਆ ਨੋਟਸ ਹੀ ਬਣਾਉਣੇ ਨੇ ਸੋ ਕਈ ਵਾਰ ਆਪਾਂ ਇੰਨੀ ਫਾਸਟ ਲਿਖਦੇ ਹਾਂ ਕਿ ਬਾਅਦ 'ਚ ਆਪਾਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਆਪਾਂ ਨੇ ਐਕਚੁਅਲ 'ਚ ਕੀ ਲਿਖਿਆ ਸੋ ਜਦੋਂ ਬਣਾਓਗੇ ਨੋਟਸ ਤਾਂ ਕਲੀਅਰ ਨੋਟਸ ਹੋਣੇ ਚਾਹੀਦੇ ਕਿ ਤੁਹਾਨੂੰ ਲਿਖਣ ਲੱਗੇ ਸਮਝ ਆ ਜਾਏ ਕਿ ਮੈਂ ਐਕਚੁਅਲ 'ਚ ਕੀ ਲਿਖਿਆ ਅਤੇ ਨੋਟਸ ਕਿਵੇਂ ਦੇ ਹੋਣੇ ਚਾਹੀਦੇ ਨੇ ਇੰਪੋਰਟੈਂਟ ਪੁਆਇੰਟਸ ਇਨਕਲੂਡਿੰਗ ਦੀ ਮੇਨ ਪੁਆਇੰਟ ਮੀਨਸ ਤੁਹਾਡਾ ਜਿਹੜਾ ਮੇਨ ਪੁਆਇੰਟ ਹੈ ਉਹ ਜ਼ਰੂਰ ਇਨਕਲੂਡ ਹੋਣਾ ਚਾਹੀਦਾ ਹੈ ਲੈਕਚਰ ਦੇ ਵਿੱਚ ਮੇਨ ਥੀਮ ਆਫ ਦੀ ਲੈਕਚਰ ਕਿ ਲੈਕਚਰ ਹੈ ਕਿਸ ਬਾਰੇ ਹੈ ਅਤੇ ਕਈ ਸਟੂਡੈਂਟ ਸੋਚਦੇ ਨੇ ਕਿ ਪਹਿਲੀ ਲਾਈਨ ਹੀ ਉਹਦਾ ਟਾਈਟਲ ਹੋ ਗਈ ਮਤਲਬ ਟਾਈਟਲ ਆਫ ਦੀ ਲੈਕਚਰ ਹੋ ਗਿਆ ਟਾਈਟਲ ਆਫ ਦੀ ਸਮਰੀ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਫਸਟ ਲਾਈਨ ਦੇ ਵਿੱਚ ਹੀ ਟਾਈਟਲ ਹੋਵੇ ਜੇ ਤੁਹਾਨੂੰ ਫਸਟ ਲਾਈਨ ਦੇ ਵਿੱਚ ਟਾਈਟਲ ਨਹੀਂ ਮਿਲਿਆ ਤਾਂ ਤੁਸੀਂ ਸੈਕਿੰਡ ਲਾਈਨ ਦੇ ਵਿੱਚ ਵੀ ਟਾਈਟਲ ਲੈ ਸਕਦੇ ਹੋ ਅਤੇ ਸਮ ਟਾਈਮ ਜਦੋਂ ਪੂਰੀ ਤੁਹਾਨੂੰ ਸਮਰੀ ਸੁਣ ਜਾਂਦੀ ਹੈ ਪੂਰੀ ਆਡੀਓ ਸੁਣ ਜਾਂਦੀ ਹੈ ਤਾਂ ਉੱਥੋਂ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਟਾਈਟਲ ਇਮੇਜ ਮਤਲਬ ਇਹ ਟਾਈਟਲ ਹੋ ਸਕਦਾ ਟੌਪਿਕ ਦਾ ਅਤੇ ਉਸ ਤੋਂ ਬਾਅਦ ਤੁਸੀਂ ਨੋਟ ਡਾਊਨ ਕਰਨਾ ਹੈ ਨਾਊਨਸ ਮੀਨਸ ਨੇਮ ਆਫ ਦੀ ਪਰਸਨ ਨੇਮ ਆਫ ਦੀ ਪਲੇਸ ਨੇਮ ਆਫ ਐਨੀਥਿੰਗ ਕਿਸੇ ਵੀ ਜਗ੍ਹਾ ਦਾ ਨਾਮ ਕਿਸੇ ਪਰਸਨ ਦਾ ਨਾਮ ਕਿਸ ਬਾਰੇ ਗੱਲ ਹੋ ਰਹੀ ਹੈ ਤਾਂ ਤੁਸੀਂ ਨਾਊਨ ਜ਼ਰੂਰ ਯੂਜ਼ ਕਰਨੇ ਨੇ ਉਸ ਤੋਂ ਬਾਅਦ ਡੇਟ ਜੇ ਕਿਤੇ ਕਿਸੇ ਇੰਪੋਰਟੈਂਟ ਡੇਟ ਦੀ ਗੱਲ ਹੋ ਰਹੀ ਹੈ ਜਾਂ ਈਅਰਸ ਦੀ ਗੱਲ ਹੋ ਰਹੀ ਹੈ ਜਿਵੇਂ ਉਹਨੇ 1970 ਲਿਖਤਾ 20 ਲਿਖਤਾ 2010 2009 ਸੋ ਤੁਸੀਂ ਈਅਰਸ ਨੂੰ ਜ਼ਰੂਰ ਨੋਟ ਡਾਊਨ ਕਰਨਾ ਹੈ ਉਸ ਤੋਂ ਬਾਅਦ ਜੇ ਉੱਥੇ ਕਿਸੇ ਐਗਜ਼ਾਮਪਲਸ ਦੀ ਗੱਲ ਹੋਈ ਹੈ ਤਾਂ ਐਗਜ਼ਾਮਪਲਸ ਲਿਖਣੀਆਂ ਨੇ ਫਰੇਜ਼ਿਸ ਲਿਖਣੇ ਨੇ ਮੀਨਸ ਜਿਹੜੇ ਵਰਡਸ ਕੰਬਾਈਨ ਹੋ ਕੇ ਆ ਰਹੇ ਨੇ ਉਸ ਤੋਂ ਬਾਅਦ ਕੰਬੀਨੇਸ਼ਨ ਆਫ ਵਰਡਸ ਹੋ ਗਿਆ ਕੰਬੀਨੇਸ਼ਨ ਆਫ ਵਰਡਸ ਜਿਵੇਂ ਮੈਂ ਇੱਥੇ ਗੱਲ ਕਰਾਂ ਇੰਪੋਰਟੈਂਟ ਪੁਆਇੰਟਸ ਮੀਨਸ ਤੁਸੀਂ ਇਕੱਲਾ ਇੰਪੋਰਟੈਂਟ ਨਹੀਂ ਲਿਖਣਾ ਇਕੱਲਾ ਪੁਆਇੰਟਸ ਨਹੀਂ ਲਿਖਣਾ ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੇਨ ਟੌਪਿਕ ਤਾਂ ਇਕੱਲਾ ਟੌਪਿਕ ਨਹੀਂ ਲਿਖਣਾ ਇਕੱਲਾ ਮੇਨ ਨਹੀਂ ਲਿਖਣਾ ਮੀਨਸ ਕੰਬੀਨੇਸ਼ਨ ਆਫ ਵਰਡਸ ਯੂਜ਼ ਕਰਨਾ ਹੈ ਕੰਪਿਊਟਰ ਨੂੰ ਸਮਝ ਆਉਣਾ ਚਾਹੀਦਾ ਕਿ ਤੁਸੀਂ ਕੀ ਸਮਝਾਉਣਾ ਚਾਹ ਰਹੇ ਹੋ ਤੁਹਾਡਾ ਕੰਟੈਕਸਟ ਸਮਝ ਆਉਣਾ ਚਾਹੀਦਾ ਬੇਸਿਕਲੀ ਸਮਰਾਈਜ਼ ਸਪੋਕਨ ਟੈਕਸਟ ਦਾ ਇਹ ਮਤਲਬ ਹੈ ਅਤੇ ਹਮੇਸ਼ਾ ਕਨਕਲੂਜ਼ਨ ਜ਼ਰੂਰ ਲਿਖਣਾ ਸਮਰੀ ਦਾ ਅਤੇ ਕਨਕਲੂਜ਼ਨ ਹਮੇਸ਼ਾ ਲਾਸਟ ਲਾਈਨ ਦੇ ਵਿੱਚ ਨਹੀਂ ਮਿਲ ਰਿਹਾ ਤਾਂ ਤੁਸੀਂ ਸੈਕਿੰਡ ਲਾਸਟ ਲਾਈਨ ਵੀ ਯੂਜ਼ ਕਰ ਸਕਦੇ ਹੈ So always try to write a conclusion of the summary. Next is when you write, make sure your sentences are properly connected and make a sense. Means अगर तुसी कोई template use कर लिया ਤੁਸੀਂ ਕੋਈ ਟੈਂਪਲੇਟ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਜਿਹੜੇ ਤੁਹਾਡੇ ਸੈਂਟੈਂਸਿਸ ਨੇ ਉਹ ਪ੍ਰੋਪਰਲੀ ਕਨੈਕਟਡ ਨੇ ਅਤੇ ਉਹਨਾਂ ਦੀ ਕੋਈ ਸੈਂਸ ਬਣ ਰਹੀ ਹੈ ਉਸ ਤੋਂ ਬਾਅਦ ਡੂ ਨਾਟ ਐਨੀ ਐਡੀਸ਼ਨਲ ਇਨਫੋਰਮੇਸ਼ਨ ਤੁਸੀਂ ਆਪਣੇ ਕੋਲੋਂ ਕੋਈ ਇਨਫੋਰਮੇਸ਼ਨ ਨਹੀਂ ਐਡ ਕਰਨੀ ਜੋ ਤੁਸੀਂ ਸਮਰੀ ਦੇ ਵਿੱਚ ਸੁਣ ਰਹੇ ਹੋ ਤੁਸੀਂ ਸਿਰਫ ਉਹੀ ਚੀਜ਼ ਲਿਖਣੀ ਹੈ ਆਪਣੇ ਕੋਲ ਅਗਰ ਤੁਹਾਨੂੰ ਉਸ ਟੌਪਿਕ ਦੀ ਨੌਲੇਜ ਹੈ ਤਾਂ ਵੀ ਤੁਸੀਂ ਕੁਝ ਐਡ ਨਹੀਂ ਕਰਨਾ ਕਿਉਂਕਿ ਉਹ ਤੁਹਾਡਾ ਕਿਤੇ ਵੀ ਕੰਟੈਂਟ ਜਾਂ ਕਿਤੇ ਹੋਰ ਕਾਊਂਟ ਨਹੀਂ ਹੋਏਗਾ ਉਹ ਨੈਗੇਟਿਵ ਇੰਪੈਕਟ ਰਹੇਗਾ ਤੁਹਾਡਾ
ਉਸ ਤੋਂ ਬਾਅਦ ਜਿਹੜੀ ਵਰਡ ਲਿਮਿਟ ਹੈ ਉਹ 70 ਵਰਡਸ ਦੀ ਲਿਮਿਟ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਸਮਰੀ ਹੈ ਉਹਨੂੰ ਓਵਰ ਕੰਪਲੀਕੇਟ ਨਹੀਂ ਕਰਨਾ, ਕਿਉਂਕਿ ਸਮ ਟਾਈਮ ਯੂ ਰਾਈਟ 20 words, so don't try to put the 20 words in the template, means ਉਹ 20 words ਜ਼ਰੂਰੀ ਨਹੀਂ ਹੈ ਤੁਸੀਂ ਟੈਂਪਲੇਟ ਦੇ ਵਿੱਚ ਫਿਕਸ ਕਰਨੇ ਹੈ। ਸੋ ਉਹੀ ਵਰਡਸ ਫਿਕਸ ਕਰਨੇ ਹੈ ਜਿਹੜੇ ਤੁਹਾਡੀ 70 words ਦੀ ਲਿਮਿਟ ਨੂੰ ਕੰਪਲੀਟ ਕਰ ਸਕਣ। ਉਸ ਤੋਂ ਬਾਅਦ ਟਰਾਈ ਟੂ ਕੰਪਲੀਟ ਦੀ ਸਮਰੀ ਇਨ 7 to 8 minutes, ਹਮੇਸ਼ਾ 7 ਤੋਂ 8 ਮਿੰਟ ਦੇ ਵਿੱਚ ਤੁਸੀਂ ਸਮਰੀ ਨੂੰ ਕੰਪਲੀਟ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਰੀਚੈਕ ਕਰਨੇ ਹੈ ਯੂਅਰ ਸਪੈਲਿੰਗਸ, ਗ੍ਰਾਮਰ ਐਂਡ ਵੋਕੈਬਲਰੀ। ਤੁਸੀਂ ਸਪੈਲਿੰਗਸ ਨੂੰ ਚੈੱਕ ਕਰਨਾ ਹੈ, ਗ੍ਰਾਮਰ ਨੂੰ ਚੈੱਕ ਕਰਨਾ ਹੈ ਐਂਡ ਵੋਕੈਬਲਰੀ ਨੂੰ। ਇਫ ਯੂ ਆਰ ਨਾਟ ਸ਼ੋਰ ਅਬਾਊਟ ਐਨੀ ਸਪੈਲਿੰਗ ਦੈਨ ਡੂ ਨਾਟ ਰਾਈਟ ਇਟ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਸਪੈਲਿੰਗ ਲਈ ਸ਼ੋਰ ਨਹੀਂ ਹੋ, ਤੁਹਾਨੂੰ ਲੱਗਦਾ ਹੈ ਕਿ ਇਹ ਸਪੈਲਿੰਗ 'ਚ ਤੁਹਾਡੀ ਆਈ ਦੀ ਜਾਂ ਐਸ ਦੀ, ਈ ਦੀ ਗਲਤੀ ਹੋ ਰਹੀ ਹੈ, ਤਾਂ ਤੁਸੀਂ ਉਹ ਸਪੈਲਿੰਗ ਨਹੀਂ ਲਿਖਣਾ। ਉਸ ਦੀ ਜਗ੍ਹਾ ਤੁਸੀਂ ਸਿਨੋਨਿਮਸ ਯੂਜ਼ ਕਰ ਸਕਦੇ ਹੋ ਜੇ ਪੋਸੀਬਲ ਹੈਗਾ। ਜੇ ਤੁਹਾਨੂੰ ਲੱਗਦਾ ਕਿ ਉਹ ਚੀਜ਼ ਵੀ ਨਹੀਂ ਪਤਾ, ਸੋ ਉਸ ਚੀਜ਼ ਨੂੰ ਨਹੀਂ ਲਿਖਣਾ। ਉਸ ਤੋਂ ਬਾਅਦ ਵੀ ਜੇ ਤੁਹਾਨੂੰ ਟੈਂਪਲੇਟ ਚਾਹੀਦਾ ਹੈਗਾ ਜਾਂ ਤੁਹਾਡੇ ਕੋਲ ਹੋਰ ਡਾਊਟਸ ਨੇ ਸਮਰਾਈਜ਼ ਸਪੋਕਨ ਟੈਕਸਟ ਦੇ, then you can email me on my email ID and you can also contact me on my WhatsApp number and even you can call me on this number and ਤੁਸੀਂ ਆਪਣੇ ਕਮੈਂਟਸ ਦੇ ਵਿੱਚ ਵੀ ਲਿਖ ਸਕਦੇ ਹੋ ਕਿ ਇਹ ਤੁਹਾਨੂੰ ਇਸ਼ੂਜ਼ ਆ ਰਹੇ ਨੇ। ਜੇ ਹਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ। ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।